मीटिंग दे विच जिथे साडियां मतलब 41 जथेबंदियां दे आगू साहिबान संयुक्त किसान मोर्चा के आगू साहिबान उस मीटिंग दे विच शामिल होए। दूसरे पासों साडे रेल मंत्री जी, साडे एग्रीकल्चर मंत्री जी और साडे वाणिज राज मंत्री जी शामिल होए। नाल उन्हां दे अधिकारी साहिबान भी मीटिंग दे विच शामिल होए। अज दी मीटिंग दे विच सब तो पहला मतलब साडा ऐसी एक एजेंडा जिहड़ा भेजिया होया सी सरकार नूं लिखती रूप दे विच, जिहड़े सरकार बार बार ये कहंदी आ रही सी कि प्रपोजल दिओ प्रपोजल दिओ। प्रपोजल दे विच असीं डिटेल दे विच लिख के भेजिया सी कि साडीआं जिहड़ियां पहलीआं ही मंगां है कि कानून रद्द कीते जाण, जां मतलब जिस तरह जिवें बिजली एक्ट सी उहनूं रद्द कीता जाए, जां उस दे नाल जिवें MSP दी साडी मंग सी कि कोई कानून बनाया जाए, जां जो इस तरह साडे ते पराली दा इन्हां ने मतलब बहुत वड्डा बोझ पाउण दा यतन कीता सी, वो कानून नूं वापस लिया जावे। ये सारियां गल्लां नूं असीं मतलब एक चिट्ठी दे रूप दे विच, मंग पत्तर ना हो के उहनूं चिट्ठी दे रूप दे विच एक प्रपोजल दे रूप दे विच असीं सरकार नूं भेजिया सी कि सरकार दस्से इन्हां नूं आपदी की थ्योरी है, किस तरीके दे नाल सरकार इन्हां नूं वापस लेना चाहुंदी है ते किवें वापस लैंदी है। ਉਹਦੇ ਤੇ ਇੱਕ ਦੇ ਉੱਤੇ ਸਰਕਾਰ ਦਾ ਅਸੀਂ ਮਤਲਬ ਆਵਾਜ਼ ਸੁਣੀ, ਸਰਕਾਰ ਦੀ ਗੱਲ ਸੁਣੀ, ਦੱਸੋ ਤੁਸੀਂ ਇਹਨਾਂ ਤੇ ਕੀ ਕਰਦੇ ਹੋ, ਪਹਿਲੇ ਤੇ ਕਿਵੇਂ ਕਰਦੇ ਹੋ, ਦੂਸਰੇ ਤੇ ਕਿਵੇਂ ਕਰਦੇ ਹੋ, ਤੀਸਰੇ ਤੇ ਕਿਵੇਂ ਕਰਦੇ ਹੋ। ਤਾਂ ਜਿਸ ਵੇਲੇ ਪਹਿਲੇ ਕਾਨੂੰਨ ਦੀ ਗੱਲ ਆ ਰਹੀ ਸੀ ਤਾਂ ਉਸ ਵੇਲੇ ਸਰਕਾਰ ਵੱਲੋਂ ਬਾਰ-ਬਾਰ ਇਹ ਗੱਲ ਆ ਰਹੀ ਸੀ ਕਿ ਅਸੀਂ ਇਹਦੀਆਂ ਸੋਧਾਂ ਕਰ ਦਿੰਦੇ ਹਾਂ, ਸੋਧਾਂ ਭਾਵੇਂ ਜਿੰਨੀਆਂ ਵੀ ਤੁਹਾਨੂੰ ਲੱਗਦੀਆਂ, ਜਿੱਥੇ ਵੀ ਗਲਤੀ ਲੱਗਦੀ ਹੈ ਸਾਰੇ ਸੋਧਾਂ ਕਰ ਦਿੰਦੇ ਆ, ਤਾਂ ਤੁਸੀਂ ਇਹਨਾਂ ਨੂੰ ਮਤਲਬ ਵਾਪਸ ਲੈਣ ਦੀ ਗੱਲ ਨਾ ਕਰੋ। उस स्थान के उत्ते असीं कहा भी चलो तुसीं जिहड़ा तुहाडा सोच है वो सानूं दसदे जाओ, साडे सारे दे सारे कानूनां दे जिहड़े नुक्ते है उन्हां सारिआं दे उत्ते आपदा मतलब तुसीं सरकार विचार देवे पहलां। तो इसे तरह MSP दे उत्ते आके सरकार ने आपदा विचार ये दिता कि असीं MSP दा कानून बनाउणा साडे लई औखा है, लेकिन तुहानूं असीं लिखती गारंटी जरूर दे सकदे हां, जां असीं इह इक कमेटी बना दिंदे हां जिहड़ी कमेटी सरकार ਵੱਲੋਂ रजिस्टर्ड होएगी, लेकिन ਉਹਦੇ ਇਹਨਾਂ ਦੋਹਾਂ ਗੱਲਾਂ ਦੇ ਉੱਤੇ ਹਜੇ ਜਥੇਬੰਦੀਆਂ ਦੀ ਕੋਈ ਸਹਿਮਤੀ ਨਹੀਂ ਹੋਈ। ਬਿਲਕੁਲ ਅਸੀਂ ਇਹਨਾਂ ਨੂੰ ਇਹ ਕਹਿ ਕੇ ਆਏ ਹਾਂ ਕਿ ਇਹਨਾਂ ਗੱਲਾਂ ਤੇ ਅਸੀਂ ਬਿਲਕੁਲ ਸਹਿਮਤ ਨਹੀਂ, ਸਾਡਾ ਅੰਦੋਲਨ ਜਿਉਂ ਦੀ ਤਿਉਂ ਜਾਰੀ ਹੈ ਔਰ ਚੱਲਦਾ ਰਹੇਗਾ ਜਿੰਨਾ ਚਿਰ ਸਰਕਾਰ ਇਹਦੇ ਤੇ ਪੋਜ਼ਿਟਿਵ ਨਹੀਂ ਹੁੰਦੀ। ਅਗਲੀ ਗੱਲ ਸੀਗੀ ਕਿ ਸਰਕਾਰ ਲੈ ਕੇ ਆਈ ਕਿ ਜਿਹੜਾ ਤੁਹਾਡੇ ਤੇ ਅਸੀਂ ਪਰਾਲੀ ਦੇ ਐਕਟ ਬਣਾਇਆ, ਜਿਹੜਾ ਤੁਹਾਡੇ ਤੇ ਕਾਨੂੰਨ ਦੇ ਅਨੁਸਾਰ 1 ਕਰੋੜ ਰੁਪਏ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਗਿਆ ਤੇ ਨਾਲ 5 ਸਾਲ ਸਜ਼ਾ ਦਾ ਕਿਸਾਨ ਨੂੰ ਜਿਹੜਾ ਵੀ ਪਰਾਲੀ ਨੂੰ ਅੱਗ ਲਾਏਗਾ ਉਹਨੂੰ ਹੋਣ ਦਾ ਸੀ। ਉਹਦੇ ਤੇ ਸਰਕਾਰ ਨੇ ਕਿਹਾ ਕਿ ਅਸੀਂ ਇਹ ਵਾਪਸ ਲੈਣੇ ਆ, ਕਿਸਾਨ ਨੂੰ ਅਸੀਂ ਇਸ ਪਰਾਲੀ ਇਸ ਪੋਲੂਸ਼ਨ ਵਾਲੇ ਐਕਟ ਦੇ ਵਿੱਚੋਂ ਬਾਹਰ ਕੱਢਦੇ ਆ, ਕਿਸਾਨ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ। ਇਸੇ ਤਰ੍ਹਾਂ ਜਿਹੜਾ ਅੱਗੇ ਆਇਆ ਫਿਰ ਜਿਹੜਾ ਬਿਜਲੀ ਦਾ ਐਕਟ ਸੀ, ਬਿਜਲੀ 2020 ਬਿਜਲੀ ਸੁਧਾਰ ਐਕਟ 2020, ਉਹਦੇ ਤੇ ਸਰਕਾਰ ਨੇ ਕਿਹਾ ਵੀ ਅਸੀਂ ਇਹ ਵਾਪਸ ਲੈਣੇ ਆ, ਇਹ ਅਸੀਂ ਮਤਲਬ ਲਾਗੂ ਨਹੀਂ ਕਰਾਂਗੇ। ਇਹਨਾਂ ਦੋਹਾਂ ਕਾਨੂੰਨਾਂ ਦੇ ਨਾਲ ਦੋਹਾਂ ਗੱਲਾਂ ਜਿੰਨੀਆਂ ਮੰਨੀ ਹੈ ਸਰਕਾਰ, ਅਗਰ ਉਹ ਬਿਜਲੀ ਦੀ ਗੱਲ ਮੰਨੀ ਹੈ ਤਾਂ ਸਮਝ ਲਓ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਇਸ ਗੱਲ ਦੇ ਵਿੱਚ ਕਿ ਇੱਕ ਗੱਲ ਅਸੀਂ ਇਹ ਮਨਾ ਲਈ ਹੈ ਕਿ ਤੁਹਾਨੂੰ ਜਿਹੜੇ ਬਿਜਲੀ ਦੇ ਬਿੱਲ ਲਾਉਣ ਨੂੰ ਫਿਰਦੀ ਸੀ ਸਰਕਾਰ, ਉਹ ਨਹੀਂ ਲੱਗ ਸਕਣਗੇ। ਸਾਡੇ ਮਜ਼ਦੂਰਾਂ ਨੂੰ ਜਿਹੜੇ ਬਹੁਤ ਵੱਡੀ ਪੱਧਰ ਦੇ ਉੱਤੇ ਵਿਚਾਰਿਆਂ ਨੂੰ ਇੱਕ ਸਹੂਲਤ ਮਿਲਦੀ ਸੀ, ਉਹ ਸਰਕਾਰ ਬੰਦ ਕਰਨਾ ਚਾਹੁੰਦੀ ਸੀ, ਲੇਕਿਨ ਹੁਣ ਸਰਕਾਰ ਉਹ ਵੀ ਬੰਦ ਨਹੀਂ ਕਰ ਸਕੇਗੀ। ਪਰਾਲੀ ਸਾੜਨ ਵਾਲੇ ਜਿਹੜਾ ਇੱਕ ਬਹੁਤ ਵੱਡਾ ਇੱਕ ਤਲਵਾਰ ਲਟਕਦੀ ਸੀ ਸਾਡੇ ਕਿਸਾਨਾਂ ਦੇ ਸਿਰ ਤੇ, ਇਹਦੇ ਸੰਬੰਧ ਦੇ ਵਿੱਚ ਵੀ ਸਰਕਾਰ ਨੇ ਇਹ ਕਿਸਾਨ ਨੂੰ ਇਸ ਪੋਲੂਸ਼ਨ ਵਾਲੀ ਇਸ ਐਕਟ ਦੇ ਵਿੱਚੋਂ ਇਸ ਕਾਨੂੰਨ ਦੇ ਵਿੱਚੋਂ ਬਾਹਰ ਕੱਢਣ ਦੀ ਸਾਡੇ ਨਾਲ ਗੱਲ ਮੰਨੀ ਹੈ। ਤੇ ਜੇਕਰ ਇਹ ਹੋ ਜਾਂਦਾ ਹੈ ਤਾਂ ਸਮਝ ਲਓ ਕਿ ਕਿਸਾਨ ਬੇਫਿਕਰ ਹੈ ਇਸ ਗੱਲ ਤੋਂ, ਕਿਸਾਨ ਨੂੰ ਐਡੇ ਵੱਡੇ ਜੁਰਮਾਨੇ ਨਹੀਂ ਹੋ ਸਕਣਗੇ, ਕਿਸਾਨ ਦਾ ਜੇਲ੍ਹ ਜਾਣ ਦੇ ਜਿਹੜੇ ਕਾਨੂੰਨ ਦੇ ਵਿੱਚ ਪ੍ਰਾਵਧਾਨ ਕੀਤਾ ਗਿਆ ਉਹ ਤੋਂ ਕਿਸਾਨ ਬਚੇਗਾ। ਪਰ ਮੇਰੇ ਦੋਸਤੋ ਮੇਰੀ ਬੇਨਤੀ ਇਹ ਹੈ ਕਿ ਇਹ ਭਾਵੇਂ ਸਰਕਾਰ ਮੰਨ ਗਈ ਹੈ, ਲੇਕਿਨ ਸਾਡੀ ਲੜਾਈ ਹਜੇ ਜਾਰੀ ਹੈ। ਇੱਥੇ ਇਹ ਨਹੀਂ ਮੰਨ ਲੈਣਾ ਕਿ ਅਸੀਂ ਜਿੱਤ ਗਏ, ਅਸੀਂ ਬਹੁਤ ਕੁਝ ਹਾਸਲ ਕਰ ਲਿਆ, ਨਹੀਂ, ਬਿਲਕੁਲ ਨਹੀਂ। ਲੜਾਈ ਜਿਉਂਦੀ ਤਿਉਂ ਜਾਰੀ ਹੈ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਲਾਸਟ ਦੇ ਉੱਤੇ ਜਿਹੜੀ ਸਰਕਾਰ ਦੀ ਸਾਡੇ ਨਾਲ ਗੱਲਬਾਤ ਹੁੰਦੀ ਰਹੀ ਹੈ, 4 ਤਰੀਕ ਸਾਨੂੰ ਦੁਬਾਰਾ ਮੀਟਿੰਗ ਦੀ ਦਿੱਤੀ ਹੈ ਸਰਕਾਰ ਨੇ, ਤਾਂ ਸਰਕਾਰ ਦਾ ਜਿਹੜਾ ਰੁਖ ਸੀ ਉਹ ਪੋਜ਼ਿਟਿਵ ਰਿਹਾ। ਸਰਕਾਰ ਨੇ ਇਹ ਗੱਲ ਕਹੀ ਹੈ ਸਾਨੂੰ, ਸਰਕਾਰ ਇੱਥੋਂ ਤੱਕ ਵੀ ਕਹਿ ਰਹੀ ਸੀ ਕਿ ਤੁਸੀਂ ਹੁਣੇ ਮੀਟਿੰਗ ਕਰਕੇ ਸਾਨੂੰ ਦੱਸੋ, ਇਸ ਮੀਟਿੰਗ ਦੇ ਵਿੱਚ ਫੈਸਲਾ ਲਈਏ ਆਪਾਂ ਬੈਠ ਕੇ, ਅੱਜ ਰਾਤ ਨੂੰ ਹੀ ਤੁਹਾਡੇ ਇਹਨਾਂ ਮੰਗਾਂ ਦਾ ਅਸੀਂ ਕੋਈ ਨਾ ਕੋਈ ਸਮਾਧਾਨ ਕੱਢੀਏ। ਲੇਕਿਨ ਅਸੀਂ ਸੋਚਦੇ ਸੀਗੇ ਕਿ ਇਹ ਬਹੁਤ ਗੰਭੀਰ ਮਸਲਾ ਹੈ, ਇਹਦੇ ਤੇ ਅਸੀਂ ਵਿਚਾਰ ਚਰਚਾ ਕਰਨੀ ਹੈ, ਆਪਦੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕਰਨੀ ਹੈ। ਸਰਕਾਰ ਨੂੰ ਅਸੀਂ ਕਿਹਾ ਵੀ ਅਸੀਂ ਤਾਂ ਕਾਨੂੰਨ ਰੱਦ ਕਰਵਾਉਣੇ ਨਹੀਂ, ਤੁਸੀਂ ਰੱਦ ਕਰਨੇ, ਤੁਸੀਂ ਆਪਸ ਵਿੱਚ ਬੈਠ ਕੇ ਫੈਸਲਾ ਲਓ, ਸਰਕਾਰ ਫੈਸਲਾ ਲਵੇ ਇਹਨੂੰ ਕਿਵੇਂ ਰੱਦ ਕਰਨਾ ਹੈ, ਕੀ ਤਰੀਕਾ ਸਰਕਾਰ ਕੋਲੇ। ਤਾਂ ਇਸ ਕਰਕੇ ਇਹ 4 ਤਰੀਕ ਤੈਅ ਹੋਈ ਹੈ। ਪਿਆਰੇ ਦੋਸਤੋ,
ਸਰਕਾਰ ਦਾ ਇਹ ਜਿਹੜਾ ਪੋਜ਼ਿਟਿਵ ਰੁਖ, ਤੁਸੀਂ ਤੁਹਾਨੂੰ ਇੱਕ ਗੱਲ ਹੋਰ ਨਵੀਂ ਪਤਾ ਲੱਗੀ ਹੋਣੀ ਹੈ ਕਿ ਅੱਜ ਜਿਹੜਾ ਆਪਾਂ ਲੰਗਰ ਲੈ ਕੇ ਗਏ ਸੀ, ਉਹ ਲੰਗਰ ਦੇ ਵਾਸਤੇ ਵੀ ਸਰਕਾਰ ਨੂੰ ਇੱਥੋਂ ਤੱਕ ਆਉਣਾ ਪਿਆ ਕਿ ਸਾਡੇ ਨਾਲ ਉੱਥੇ ਥੱਲੇ ਬੈਠ ਕੇ ਆ ਕੇ ਲੰਗਰ ਛਕਣ ਲਈ ਵੀ ਸਾਡੀ ਸਰਕਾਰ ਮਜਬੂਰ ਹੋਈ ਹੈ ਔਰ ਉੱਥੇ ਬੈਠ ਕੇ ਨੇ ਲੰਗਰ ਛਕਿਆ। ਇਸ ਤੋਂ ਵੀ ਗਾਹਾਂ ਜਿਹੜੀ ਬੀਜੇਪੀ ਦੀ ਸਰਕਾਰ ਲਗਾਤਾਰ ਇਹ ਗੱਲ ਦਾ ਰੌਲਾ ਪਾਉਂਦੀ ਸੀ, ਸਾਨੂੰ ਅੱਤਵਾਦੀ ਕਹਿੰਦੀ ਰਹੀ, ਸਾਨੂੰ ਵੱਖਵਾਦੀ ਕਹਿੰਦੀ ਰਹੀ, ਸਾਨੂੰ ਤਰ੍ਹਾਂ ਤਰ੍ਹਾਂ ਦੇ ਮਤਲਬ ਉਲਾਂਭੇ ਦੇ ਕੇ ਸਾਨੂੰ ਬਦਨਾਮ ਕਰਨ ਦਾ ਯਤਨ ਕਰਦੀ ਰਹੀ। ਉਸੇ ਹੀ ਸਰਕਾਰ ਦੇ ਵਿੱਚੋਂ ਰੱਖਿਆ ਮੰਤਰੀ ਰਾਜਨਾਥ ਜੀ ਦਾ ਬਿਆਨ ਆਉਂਦਾ ਹੈ ਕਿ ਸਾਡੇ ਦੇਸ਼ ਦੇ ਅੰਨਦਾਤਾ ਨੂੰ ਅਜਿਹੇ ਸ਼ਬਦ ਵਰਤਣੇ ਵਾਜਬ ਨਹੀਂ ਔਰ ਇਹ ਗਲਤ ਨੇ। ਉਹਨਾਂ ਨੇ ਖੁਦ ਮੰਨ ਕੇ ਆਪਣੇ ਬਿਆਨ ਦੇ ਵਿੱਚ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਕਿਸਾਨਾਂ ਨੂੰ ਅਜਿਹਾ ਸ਼ਬਦ ਵਰਤਣੇ ਗਲਤ ਨੇ ਔਰ ਠੀਕ ਨਹੀਂ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਧਿਆਨ ਦੇ ਵਿੱਚ ਵੇਖਦੇ ਹਾਂ ਤਾਂ ਸਾਨੂੰ ਇਹ ਲੱਗਿਆ ਕਿ ਸਰਕਾਰ ਦਾ ਰੁਖ ਆ ਜਿਹੜਾ ਅੱਜ ਦਾ, ਇਹ ਕੁਝ ਪਲਟਿਆ ਹੋਇਆ ਹੈ। ਇਹਦੇ ਪਲਟਣ ਦਾ ਕਾਰਨ ਇਹ ਨਹੀਂ ਹੈ ਕਿ ਸਰਕਾਰ ਸਾਡੇ ਤੇ ਮਿਹਰਬਾਨ ਹੋ ਗਈ ਹੈ, ਬਿਲਕੁਲ ਨਹੀਂ ਹੈ। ਸਰਕਾਰ ਨੂੰ ਪਤਾ ਲੱਗ ਗਿਆ ਕਿ ਅੱਜ ਦੇਸ਼ ਦੇ ਵਿੱਚ ਬਹੁਤ ਵੱਡਾ ਪ੍ਰੈਸ਼ਰ ਬਣ ਚੁੱਕਿਆ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ, ਕੱਲ ਪਟਨਾ ਦੇ ਵਿੱਚ ਰੈਲੀ ਹੋਈ ਹੈ ਕਿਸਾਨਾਂ ਦੀ। ਕਿਸਾਨਾਂ ਦੇ ਉਸ ਪ੍ਰੋਟੈਸਟ ਨੂੰ ਵੇਖਦਿਆਂ ਭਾਵੇਂ ਸਰਕਾਰ ਨੇ ਸਾਡੇ ਕਿਸਾਨਾਂ ਤੇ ਲਾਠੀਆਂ ਬਰਸਾਈਆਂ ਨੇ, ਪਰ ਇਹ ਜ਼ਰੂਰ ਸਰਕਾਰ ਨੂੰ ਪਤਾ ਲੱਗ ਗਿਆ ਕਿ ਅੰਦੋਲਨ ਕੱਲੀ ਦਿੱਲੀ ਦੀ ਸੜਕ ਤੇ ਨਹੀਂ ਰਹਿ ਗਿਆ, ਅੰਦੋਲਨ ਬਿਹਾਰ ਵੀ ਚਲਿਆ ਗਿਆ। ਇਸੇ ਤਰ੍ਹਾਂ ਹੈਦਰਾਬਾਦ ਦੇ ਵਿੱਚ ਇਕੱਠ ਹੋਇਆ ਹੈ। ਸਰਕਾਰ ਨੂੰ ਪਤਾ ਲੱਗ ਗਿਆ ਕਿ ਹੈਦਰਾਬਾਦ ਦੇ ਵਿੱਚ ਵੀ ਲੋਕ ਜਾਗ ਪਏ ਨੇ। ਉਸ ਤੋਂ ਅੱਗੇ ਤਾਮਿਲਨਾਡੂ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਈ ਹੈ, ਜਿਹਦੇ ਤੋਂ ਸਰਕਾਰ ਨੂੰ ਪਤਾ ਲੱਗਾ ਕਿ ਜਿਹੜੀ ਅਸੀਂ ਕਹਿੰਦੇ ਸੀ ਕੇਵਲ ਉੱਤਰ ਭਾਰਤ ਦੀ ਲੜਾਈ ਹੈ, ਉੱਤਰ ਭਾਰਤ ਦੇ ਵੀ ਕੁਝ ਜ਼ਿਲ੍ਹਿਆਂ ਦੀ ਕੁਝ ਸਟੇਟਾਂ ਦੇ ਦਾ ਮੁੱਦਾ ਹੈ। ਅੱਜ ਸਰਕਾਰ ਨੂੰ ਪਤਾ ਲੱਗਾ ਕਿ ਇਹ ਕੇਵਲ ਉੱਤਰ ਭਾਰਤ ਨਹੀਂ, ਇਹ ਉੱਤਰ ਦੱਖਣ ਪੂਰਬ ਤੇ ਪੱਛਮ ਸਾਰੇ ਦੇਸ਼ ਦਾ ਮਸਲਾ ਬਣ ਗਿਆ ਹੈ। ਇਸ ਕਰਕੇ ਇਹ ਤੁਹਾਡਾ ਇਸ ਅੰਦੋਲਨ ਦਾ ਸਿੱਟਾ ਹੈ ਮੇਰੇ ਮਿੱਤਰੋ। ਤੁਸੀਂ ਲੜੇ ਹੋ, ਮੋਹਰੀ ਹੋ ਕੇ ਲੜ ਰਹੇ ਹੋ, ਤੁਹਾਡੀ ਲੜਾਈ ਨੂੰ ਸਮਰਥਨ ਪੂਰੇ ਦੇਸ਼ ਦੇ ਵਿੱਚੋਂ ਮਿਲ ਰਿਹਾ ਹੈ। ਇਸ ਦਾ ਦਬਾਅ ਬਣ ਚੁੱਕਿਆ ਸਰਕਾਰ ਤੇ, ਕੋਈ ਦੋ ਰਾਹ ਨਹੀਂ। ਇਸੇ ਦਬਾਅ ਦੇ ਵਿੱਚੋਂ ਸਰਕਾਰ ਦਾ ਰੁਖ ਬਦਲਿਆ ਹੈ। ਰੁਖ ਬਦਲਦਿਆਂ ਸਰਕਾਰ ਨੇ ਤੁਹਾਡੀਆਂ ਮੰਗਾਂ ਮੰਨਣ ਵਾਲੇ ਨੂੰ ਪੈਰ ਪੱਟਿਆ ਹੈ। ਪਰ ਇਹਦੇ ਵਾਸਤੇ ਹਜੇ ਬੇਨਤੀ ਹੈ, ਲੜਾਈ ਜਾਰੀ ਹੈ। ਲੜਾਈ ਹਜੇ ਹੋਰ ਲੜਨੀ ਪੈ ਸਕਦੀ ਹੈ। ਹੋ ਸਕਦਾ 5 ਦਿਨ ਲੜਨੀ ਪਵੇ, ਹੋ ਸਕਦਾ 10 ਦਿਨ ਲੜਨੀ ਪਵੇ, ਹੋ ਸਕਦਾ 20 ਦਿਨ ਲੜਨੀ ਪਵੇ, ਹੋ ਸਕਦਾ ਮਹੀਨਾ 2 ਮਹੀਨੇ ਲੜਨੀ ਪਵੇ। ਲੇਕਿਨ ਕਾਨੂੰਨ ਵਾਪਸ ਕਰਵਾਉਣੇ ਸਾਡੀ ਜ਼ਰੂਰੀ ਲੋੜ ਹੈ। ਜੇਕਰ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਸਾਡੀ ਸਮਝ ਲਓ ਲੜਾਈ ਹਜੇ ਜਿਉਂਦੀ ਤਿਉਂ ਜਾਰੀ ਹੈ। ਇਹ ਉਨਾ ਚਿਰ ਲੜਾਈ ਲੜਨੀ ਪੈਣੀ ਹੈ ਜਿੰਨਾ ਚਿਰ ਇਹ ਕਾਨੂੰਨਾਂ ਨੂੰ ਸਾਡੇ ਮਗਰੋਂ ਨਹੀਂ ਲਾਉਂਦੀ ਸਰਕਾਰ। ਤਾਂ ਮੇਰੇ ਦੋਸਤੋ, ਇਹ ਗੱਲ ਨੂੰ ਪੂਰਾ ਧਿਆਨ ਦੇ ਵਿੱਚ ਲੈ ਕੇ ਬਹੁਤ ਖੁਸ਼ ਹੋ ਕੇ ਅੱਜ ਇਹ ਨਾ ਸੋਚ ਲਿਓ ਵੀ ਸਰਕਾਰ ਸਾਡੀਆਂ ਮੰਗਾਂ ਮੰਨ ਗਈ। ਥੋੜੀਆਂ ਜਿਹੀਆਂ ਮੰਗਾਂ ਮੰਨੀਆਂ ਹਜੇ, ਬਾਕੀ ਜਿਹੜੀ ਵੱਡੀਆਂ ਮੰਗਾਂ ਉਹ ਸਾਡੀਆਂ ਮਗਰ ਪਈਆਂ ਨੇ। ਅੰਦੋਲਨ ਹਜੇ ਜਾਰੀ ਹੈ, ਅੰਦੋਲਨ ਚੱਲਦਾ ਰਹੇਗਾ। ਸਾਨੂੰ ਇਸ ਮੀਟਿੰਗ ਤੋਂ ਬਾਅਦ ਅਸੀਂ ਉੱਥੇ ਆਪਣੀ ਮੀਟਿੰਗ ਕੀਤੀ ਇੱਕ, ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਸਰਕਾਰ ਇੱਕ ਥੋੜਾ ਜਿਹਾ ਪੋਜ਼ਿਟਿਵ ਹੋ ਕੇ ਇੱਕ ਕਦਮ ਪਿੱਛੇ ਹਟੀ ਹੈ। ਹਮਲਾਵਰ ਰੁਖ ਸਰਕਾਰ ਨੇ ਪਿੱਛੇ ਕੀਤਾ ਆਪਦਾ ਔਰ ਸਾਡੇ ਨਾਲ ਥੋੜਾ ਜਿਹਾ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ। ਤਾਂ ਅਸੀਂ ਸਾਰਿਆਂ ਨੇ ਮਿਲ ਕੇ ਬੈਠ ਕੇ ਇਹ ਫੈਸਲਾ ਲਿਆ ਕਿ ਜਿਹੜੀ ਅਸੀਂ ਟਰੈਕਟਰ ਰੈਲੀ ਦਾ ਪ੍ਰੋਗਰਾਮ ਸੀ ਆਪਣਾ, ਕੱਲ ਨੂੰ ਆਪਾਂ ਟਰੈਕਟਰ ਰੈਲੀ ਕੱਢਣੀ ਸੀ ਔਰ ਇਹ ਬਹੁਤ ਵੱਡਾ ਦਬਾਅ ਸੀ ਸਰਕਾਰ ਦਾ, ਤੁਹਾਡੀ ਟਰੈਕਟਰ ਰੈਲੀ ਦਾ, ਤੁਹਾਡੇ ਇੱਥੇ ਬੈਠਿਆਂ ਦਾ ਬਹੁਤ ਪ੍ਰੈਸ਼ਰ ਆ ਸਰਕਾਰ ਦੇ ਉੱਤੇ। ਤਾਂ ਮੇਰੇ ਦੋਸਤੋ, ਫਿਰ ਅਸੀਂ ਸਾਰਿਆਂ ਨੇ ਸੋਚਿਆ ਵੀ ਸਾਨੂੰ ਟਰੈਕਟਰ ਰੈਲੀ ਦਾ ਜਿਹੜਾ ਦਬਾਅ ਹੈ, ਜਿਹੜਾ ਪ੍ਰੈਸ਼ਰ ਹੈ ਸਰਕਾਰ ਤੇ, ਇਹ ਜਿਉਂ ਦੀ ਤਿਉਂ ਬਹਾਲ ਰੱਖਣਾ ਚਾਹੀਦਾ ਹੈ। ਇਸ ਕਰਕੇ ਇਸ ਟਰੈਕਟਰ ਰੈਲੀ ਨੂੰ ਰੱਦ ਨਾ ਸਮਝਿਓ। ਜੇ ਕਿਤੇ ਪਤਾ ਨਹੀਂ, ਮੈਨੂੰ ਲੱਗਿਆ ਪਤਾ ਕਿ ਕੁਝ ਚੈਨਲਾਂ ਦੇ ਉੱਤੇ ਇਹ ਕਿਹਾ ਜਾ ਰਿਹਾ ਵੀ ਇਹ ਰੱਦ ਕਰਤਾ। ਬਿਲਕੁਲ ਰੱਦ ਨਹੀਂ ਕੀਤਾ, ਇਹ ਪੋਸਟਪੋਨ ਕੀਤਾ ਕਿਉਂਕਿ 4 ਤਰੀਕ ਨੂੰ ਸਰਕਾਰ ਨਾਲ ਦੁਬਾਰਾ ਮੀਟਿੰਗ ਹੋਣੀ ਹੈ। ਤੁਹਾਡੀ ਇਸ ਟਰੈਕਟਰ ਰੈਲੀ ਦਾ ਦਬਾਅ ਉਨੀ ਦੇਰ ਤੱਕ ਸਰਕਾਰ ਦੇ ਸਿਰ ਦੇ ਉੱਤੇ ਤਲਵਾਰ ਲਟਕਦੀ ਰਹਿਣੀ ਚਾਹੀਦੀ ਹੈ। ਇਹ ਪ੍ਰੈਸ਼ਰ ਬਣਿਆ ਰਹਿਣਾ ਚਾਹੀਦਾ। ਇਸ ਗੱਲ ਨੂੰ ਮੁੱਖ ਰੱਖ ਕੇ ਆਪਾਂ ਇਹ ਟਰੈਕਟਰ ਰੈਲੀ ਕੈਂਸਲ ਨਹੀਂ ਕੀਤੀ, ਪੋਸਟਪੋਨ ਕੀਤੀ ਹੈ 4 ਤਰੀਕ ਤੱਕ। ਅਗਰ ਸਰਕਾਰ 4 ਤਰੀਕ ਤੱਕ ਆਪਣੇ ਲਈ ਪੋਜ਼ਿਟਿਵ ਸੋਚਦੀ ਹੈ, ਫੈਸਲਾ ਲੈਂਦੀ ਹੈ ਤਾਂ ਬਹੁਤ ਵਧੀਆ ਗੱਲ ਹੈ। ਅਸੀਂ ਵੀ ਖੁਸ਼ੀ ਸਾਰੇ ਖੁਸ਼ੀਆਂ ਮਨਾਉਂਦੇ ਹੋਏ ਘਰਾਂ ਨੂੰ ਜਾਵਾਂਗੇ। ਚਾਹਾਂਗੇ ਪ੍ਰਮਾਤਮਾ ਕਿਰਪਾ ਕਰੇ, ਸਾਡੀ ਸਰਕਾਰ ਨੂੰ ਇਹ ਵਾਹਿਗੁਰੂ ਦੀ ਕਿਰਪਾ ਹੀ ਹੈ। ਮੈਂ ਸਮਝੂਗਾ ਜਿਹੜਾ ਸਤਬੁੱਧੀ ਇਹਨਾਂ ਦੇ ਵਿੱਚ ਆਉਣੀ ਸ਼ੁਰੂ ਹੋਈ ਹੈ, ਚਾਹੇ ਕਿਸੇ ਵੀ ਪਾਸੋਂ ਦਬਾਅ ਬਣਿਆ,
ਵਾਹਿਗੁਰੂ ਮਿਹਰ ਕਰੇ ਆਪਾਂ ਇਹ 'ਚ ਫਤਿਹ ਹਾਸਲ ਕਰੀਏ। ਸਰਕਾਰ ਲਈ ਵੀ ਚੰਗੀ ਗੱਲ ਹੋਏਗੀ, ਸਾਡੇ ਲਈ ਵੀ ਚੰਗੀ ਗੱਲ ਹੋਏਗੀ। ਅਸੀਂ ਖੁਸ਼ੀ ਜਿੱਤ ਹਾਸਲ ਕਰਕੇ ਵਾਪਸ ਚਲੇ ਗਏ। ਲੇਕਿਨ ਜੇਕਰ ਸਰਕਾਰ ਇਹਦੇ ਤੇ ਫਿਰ ਇਹ ਸੋਚਦੀ ਹੋਵੇ ਕਿ ਇਹ ਅਸੀਂ ਕੋਈ ਟਾਲ-ਮਟੋਲ ਦੀ ਨੀਤੀ ਅਖਤਿਆਰ ਕਰਾਂਗੇ ਤਾਂ ਸਮਝ ਲਿਓ ਕਿ ਬਹੁਤ ਵੱਡੇ ਦੇਸ਼ ਦੇ ਵਿੱਚ ਅੰਦੋਲਨ ਦੀ ਆਸਾਰ ਨਜ਼ਰ ਆ ਰਹੇ ਨੇ। ਕੇਵਲ ਕੱਲਾ ਆਹ ਅੰਦੋਲਨ ਨਹੀਂ ਜਿਹੜਾ ਅੱਜ ਦਿਸ ਰਿਹਾ ਸਰਕਾਰ ਨੂੰ। ਸਰਕਾਰ ਦੇ ਹੱਥਾਂ ਪੈਰਾਂ ਦੀ ਸਿਰਫ ਤੁਹਾਡੇ ਇਸ ਦਿੱਲੀ ਵਾਲੇ ਅੰਦੋਲਨ ਨੇ ਪਾ ਰੱਖੀ ਹੈ। ਲੇਕਿਨ ਪਿਆਰੇ ਦੋਸਤੋ, ਇਹ ਅੰਦੋਲਨ ਬਿਹਾਰ ਦੇ ਵਿੱਚ ਵੀ ਹੋ ਰਿਹਾ ਹੈ, ਤਾਮਿਲਨਾਡੂ ਦੇ ਵਿੱਚ ਵੀ ਹੋ ਰਿਹਾ ਹੈ, ਇਹ ਕਰਨਾਟਕਾ ਕੇਰਲਾ ਦੇ ਵਿੱਚ ਵੀ ਹੋ ਰਿਹਾ ਹੈ। ਸਾਰੀਆਂ ਸਟੇਟਾਂ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਟਰੈਕਟਰ ਰੈਲੀ ਹੈ ਜਿਹੜੀ ਉਹ ਜਿਉਂ ਦੀ ਤਿਉਂ ਹੈ। ਅਗਰ ਸਰਕਾਰ ਇਹਦੇ ਤੇ ਕੋਈ ਫੈਸਲਾ ਨਹੀਂ ਲੈਂਦੀ, ਕੋਈ ਪੋਜ਼ਿਟਿਵ ਰੁਖ ਨਹੀਂ ਅਖਤਿਆਰ ਕਰਦੀ, ਤਾਂ ਫਿਰ ਇਸੇ ਤਰ੍ਹਾਂ ਉਹ ਮੀਟਿੰਗ ਤੋਂ ਬਾਅਦ ਆ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਰੂਬਰੂ ਹੋ ਕੇ ਫਿਰ ਤੁਹਾਨੂੰ ਸਾਰੀ ਗੱਲ ਪਲਾਨਿੰਗ ਅਗਲੀ ਦੱਸਾਂਗੇ ਕਿ ਕਿਵੇਂ ਆਪਾਂ ਆਪਣੀ ਅਗਲੀ ਰਣਨੀਤੀ ਕੀ ਹੋਵੇ, ਅਗਲੀ ਲੜਾਈ ਕੀ ਹੋਵੇ, ਕਿਸ ਤਰ੍ਹਾਂ ਆਪਾਂ ਟਰੈਕਟਰ ਰੈਲੀ ਕਰਨੀ ਹੈ, ਕਿਵੇਂ ਕੀ ਕਰਨਾ, ਕੀ ਕੀਤਾ ਜਾਣਾ ਹੈ, ਉਹ ਸਾਰੇ ਦੇ ਵਿਚਾਰ ਚਰਚਾ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਡੱਲੇਵਾਲ ਸਾਹਿਬ, ਇੱਕ ਸਵਾਲ ਕੁਝ ਜਥੇਬੰਦੀਆਂ ਜਾਂ ਲੋਕਾਂ ਵੱਲੋਂ ਚੁੱਕਿਆ ਜਾ ਰਿਹਾ ਕਿ ਸਰਕਾਰ ਤੁਹਾਨੂੰ ਪਾਗਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦੇ ਟਰੈਪ ਦੇ ਵਿੱਚ ਨਾ ਫਸ ਜਾਇਓ। ਇਹਦੇ ਉੱਪਰ ਥੋੜੀ ਜਿਹੀ ਕਲੈਰਿਟੀ। ਹਾਂ ਦੇਖੋ, ਮੈਂ ਇਹ ਵੀ ਕਲੀਅਰ ਕਰਾਂ, ਸਰਕਾਰ ਬਿਲਕੁਲ ਇਹ ਨਾ ਸੋਚਿਓ ਕਿ ਸਰਕਾਰ ਸਾਨੂੰ ਪਾਗਲ ਬਣਾ ਸਕਦੀ ਹੈ। ਉੱਥੇ 40 ਆਗੂ ਬੈਠੇ ਨੇ ਤੁਹਾਡੇ। ਸਰਕਾਰ ਯਤਨ ਕਰ ਸਕਦੀ ਹੈ, ਬਹੁਤ ਯਤਨ ਕੀਤੇ ਨੇ ਸਰਕਾਰ ਨੇ। ਸਾਨੂੰ ਖਿਲਾਰਨ ਦੇ ਯਤਨ ਵੀ ਕੀਤੇ ਨੇ, ਸਾਨੂੰ ਪਾੜਨ ਦੇ ਯਤਨ ਵੀ ਕੀਤੇ ਨੇ, ਸਾਨੂੰ ਬਦਨਾਮ ਕਰਨ ਦੇ ਯਤਨ ਵੀ ਕੀਤੇ ਨੇ। ਲੇਕਿਨ ਕਿਸੇ ਟ੍ਰੈਪ ਦੇ ਵਿੱਚ ਅਸੀਂ ਆਪਾਂ ਫਸੇ ਨਹੀਂ। ਸਰਕਾਰ ਹੋਰ ਵੀ ਜੇ ਕਿਸੇ ਤਰ੍ਹਾਂ ਦਾ ਯਤਨ ਕਰਦੀ ਹੈ, ਮੈਂ ਤੁਹਾਨੂੰ ਪਹਿਲਾਂ ਹੀ ਕੀਤਾ ਹੈ ਕਹੀ ਇਹ ਗੱਲ ਕਿ ਆਪਣਾ ਅੰਦੋਲਨ ਜਾਰੀ ਹੈ। ਅੰਦੋਲਨ ਤੋਂ ਪਿੱਛੇ ਨਹੀਂ ਹਟਣਾ, ਅੰਦੋਲਨ ਜਾਰੀ ਰਹੇਗਾ, ਉਨੀ ਦੇਰ ਤੱਕ ਜਾਰੀ ਰਹੇਗਾ। ਕੀ ਹੋਇਆ, ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਬਹੁਤ ਵੱਡੀ ਜਿੱਤ ਨਹੀਂ ਹਾਸਲ ਹੋਈ ਹਜੇ ਛੋਟੀਆਂ ਮੰਗਾਂ, 2 ਮੰਗਾਂ ਮੰਨੀਆਂ ਸਰਕਾਰ ਨੇ। ਬਾਕੀ ਤੇ ਲੜਾਈ ਜਾਰੀ ਹੈ, ਹਜੇ ਬਾਕੀ ਲੜਾਈ ਮਗਰ ਹੈ। ਉਹ ਲੜਾਈ ਜਿੱਤਣ ਤੱਕ ਆਪਣਾ ਅੰਦੋਲਨ ਜਾਰੀ ਰਹੇਗਾ। ਬਿਲਕੁਲ ਅੰਦੋਲਨ ਵਾਪਸ ਨਹੀਂ ਲੈ ਲਵਾਂਗੇ ਕਿਸੇ ਵੀ ਕਾਰਨ। ਸੋ ਇਸ ਕਰਕੇ ਸਰਕਾਰ ਕਿਸੇ ਟ੍ਰੈਪ ਦੇ ਵਿੱਚ ਨਹੀਂ ਫਸਾ ਸਕੇਗੀ। ਆਪਾਂ ਨੂੰ ਵਾਹਿਗੁਰੂ ਕਿਰਪਾ ਕਰੇ, ਤੁਹਾਡਾ ਸਾਥ ਰਿਹਾ, ਤੁਹਾਡਾ ਪਿਆਰ ਰਿਹਾ, ਜਿੱਤ ਕੇ ਜਾਵਾਂਗੇ। ਡੱਲੇਵਾਲ ਸਾਹਿਬ, ਇੱਕ ਕੁਝ ਨੈਸ਼ਨਲ ਚੈਨਲਾਂ ਵੱਲੋਂ ਇਹ ਦਿਖਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ 50% ਮੰਗਾਂ ਮੰਨ ਲਈਆਂ ਤੇ ਜਿਹੜਾ ਇਹਨਾਂ ਦਾ ਯੂਥ ਇੱਥੇ ਭੰਗੜੇ ਪਾ ਰਿਹਾ ਤੇ ਇਹ ਹੁਣ 50% ਤੇ ਖੁਸ਼ੀ ਘਰ ਨੂੰ ਵਾਪਸ ਮੁੜ ਜਾਣਗੇ। ਇਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਢਾਲ ਲਾਉਣ ਦੀ ਕੋਸ਼ਿਸ਼ ਹੈ ਇਸ ਅੰਦੋਲਨ ਨੂੰ? ਦੇਖੋ, ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਦੇਖੋ ਨੌਜਵਾਨ ਸਾਡੇ ਬਹੁਤ ਲੰਬੇ ਸਮੇਂ ਤੋਂ ਇਸ ਅੰਦੋਲਨ ਦੇ ਵਿੱਚੋਂ ਕੁਝ ਹਾਸਲ ਕਰਨ ਦੇ ਲਈ ਬੈਠੇ ਸੀ ਔਰ ਵਧੀਆ ਬੈਠੇ ਨੇ। ਬਹੁਤ ਸੋਹਣਾ ਅੰਦੋਲਨ, ਮੈਂ ਕਹੂੰਗਾ ਇਹ ਸਾਡਾ ਯੂਥ, ਸਾਡੀ ਤਾਕਤ ਹੈ। ਇਹਨਾਂ ਨੇ ਅੰਦੋਲਨ ਜਿੱਤਿਆ, ਇਹਨਾਂ ਨੇ ਜਿੰਨੀ ਜਿੱਤ ਹੋਈ ਹੈ ਉਹਨਾਂ ਨੇ ਲੜਾਈ ਲੜੀ ਹੈ। ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਔਰ ਖੁਸ਼ੀ ਵੀ ਹੋਣੀ ਚਾਹੀਦੀ ਸੀ। ਥੋੜਾ ਮਿਲਿਆ ਚਾਹੇ, ਕੋਈ ਗੱਲ ਨਹੀਂ, ਹਜੇ ਅੰਦੋਲਨ ਜਾਰੀ ਹੈ, ਅਸੀਂ ਕੋਈ ਅੰਦੋਲਨ ਵਾਪਸ ਨਹੀਂ ਕਰਨ ਲੱਗੇ। ਔਰ ਮੈਂ ਇਹ ਵੀ ਕਹਾ ਕਿ ਯੂਥ ਐਡਾ ਪਾਗਲ ਨਾ ਬੇਵਕੂਫ ਨਾ ਸਮਝ ਲਓ ਸਾਡੇ ਯੂਥ ਨੂੰ। ਸਾਡਾ ਯੂਥ ਬਹੁਤ ਸਿਆਣਾ ਹੈ, ਪੜ੍ਹਿਆ ਲਿਖਿਆ ਹੈ, ਐਜੂਕੇਟ ਹੈ, ਹਰ ਇੱਕ ਗੱਲ ਨੂੰ ਸਮਝਦਾ ਹੈ। ਖੁਸ਼ੀ ਮਨਾਈ ਹੈ, ਵੱਖਰੀ ਗੱਲ ਹੈ। ਉਹਨਾਂ ਨੂੰ ਚਾਹ ਚੜਿਆ, ਅੱਜ ਕੋਈ ਖੁਸ਼ੀ ਹੋਈ ਹੈ ਉਹਨਾਂ ਦੇ ਮਨ ਦੇ ਅੰਦਰ ਕਿ ਇਸ ਉਹਨਾਂ ਨੇ ਭੰਗੜਾ ਪਾ ਲਿਆ, ਤਾਂ ਕੋਈ ਗੱਲ ਨਹੀਂ। ਲੇਕਿਨ ਇਹ ਨਾ ਸੋਚਿਓ, ਦਿੱਲੀ ਦੀ ਸਰਕਾਰ ਇਹ ਨਾ ਸੋਚ ਬੈਠੇ ਕਿ ਅਸੀਂ ਯੂਥ ਨੂੰ ਇਸ ਗੱਲ ਦੇ ਵਿੱਚ ਲੈ ਕੇ ਅਸੀਂ ਯੂਥ ਸਾਡਾ ਕਿਤੇ ਵਾਪਸ ਚਲਾ ਜਾਏਗਾ। ਬਿਲਕੁਲ ਨਹੀਂ। ਯੂਥ ਦੇ ਸੁਨੇਹੇ ਇਹ ਨੇ ਕਿ ਤੁਸੀਂ ਤਕੜੇ ਹੋਵੋ, ਅਖੀਰ ਤੱਕ ਲੜਾਂਗੇ, ਤੁਹਾਡੇ ਨਾਲ ਖੜੇ ਆ, ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਜਿੱਤ ਕੇ ਜਾਵਾਂਗੇ। ਡੱਲੇਵਾਲ ਸਾਹਿਬ, ਇੱਕ ਲੰਗਰ ਛਕਦੇ ਸਮੇਂ ਇੱਕ ਸੈਲਫੀ ਕਿਸੇ ਦੀ ਵਾਇਰਲ ਹੁੰਦੀ ਆ, ਉਹਦੇ ਉੱਪਰ ਬਹੁਤ ਸਵਾਲ ਚੁੱਕੇ ਕਈ ਨੈਸ਼ਨਲ ਮੀਡੀਆ ਵਾਲਿਆਂ ਨੇ, ਚੁੱਕਣਗੇ ਵੀ, ਰਾਤ ਨੂੰ ਸਵੇਰੇ ਵੀ ਚੁੱਕਣਗੇ। ਉਹਦੇ ਉੱਪਰ ਥੋੜਾ ਜਿਹਾ ਦੱਸ ਦਿਓ। ਹਾਂ, ਜਿਹੜੀ ਉਹ ਸੈਲਫੀ ਦੀ ਗੱਲ ਆ ਰਹੀ ਹੈ, ਮੈਨੂੰ ਵੀ ਪਤਾ ਲੱਗਿਆ ਕੋਈ ਸੈਲਫੀ ਹੋਈ ਆ ਉੱਥੇ। ਉਹ ਕੌਣ ਆ ਬੰਦਾ, ਇਹਨੂੰ ਸਮਝਣ ਦੀ ਲੋੜ ਹੈ। ਕਿਸਾਨ ਜਥੇਬੰਦੀਆਂ ਦਾ ਕੋਈ ਬੰਦਾ ਨਹੀਂ। ਉਹ ਸਾਨੂੰ ਬੱਸ ਸਰਵਿਸ ਪ੍ਰੋਵਾਈਡ ਕਰਵਾਉਂਦਾ ਉੱਥੇ ਜਾਣ ਵਾਸਤੇ, ਕਿਉਂਕਿ ਇਸ ਅੰਦੋਲਨ ਦੀ ਹਮਾਇਤ ਕਰਦਾ। ਉਹ ਬੱਸ ਸਰਵਿਸ ਪ੍ਰੋਵਾਈਡ ਕਰਵਾਉਂਦਾ ਹੈ। ਉਹਨੇ ਉੱਥੇ ਕੋਈ ਆਪਣੇ ਲੈਵਲ ਦੇ ਉੱਤੇ ਉਸ ਸਮਝ ਮੁਤਾਬਕ ਸੈਲਫੀ ਲਈ ਹੋ ਸਕਦੀ ਹੈ। ਬਿਲਕੁਲ ਕਿਸੇ ਕਿਸਾਨ ਜਥੇਬੰਦੀ ਦੇ ਕਿਸੇ ਆਗੂ ਦਾ ਕੋਈ ਸੈਲਫੀ ਨਾਲ ਕੋਈ ਮਤਲਬ ਨਹੀਂ। ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਕਿ ਉੱਥੋਂ ਦੇ ਮੰਤਰੀ ਸਾਹਿਬਾਨ
ਇਸ ਕੋਸ਼ਿਸ਼ ਦੇ ਵਿੱਚ ਸੀਗਾ ਕਿ ਕੋਈ ਕਿਸਾਨ ਲੀਡਰ ਉਹਨਾਂ ਨਾਲ ਬੈਠ ਕੇ ਰੋਟੀ ਖਾ ਲੇ, ਲੇਕਿਨ ਮੈਨੂੰ ਲੱਗਦਾ ਕਿਸੇ ਕਿਸਾਨ ਲੀਡਰ ਨੇ ਉਹਨਾਂ ਦੇ ਟੇਬਲ ਤੇ ਬੈਠ ਕੇ ਜਾ ਕੇ ਰੋਟੀ ਵੀ ਨਹੀਂ ਖਾਧੀ। ਕਿਸਾਨਾਂ ਨੇ ਆਪਦੇ ਵੱਖਰੇ ਬੈਠ ਕੇ ਆਪਦੇ ਚੌਂਕੜੇ ਮਾਰ ਕੇ ਆਪਦਾ ਲੰਗਰ ਉੱਥੇ ਛਕਿਆ। ਸੋ ਇਸ ਲਈ ਬਿਲਕੁਲ ਇਹ ਕੋਈ ਗੱਲ ਨਹੀਂ ਹੈ। ਅਸੀਂ ਇਸ ਗੱਲ ਲਈ ਪੂਰੀ ਤਰ੍ਹਾਂ ਸਤਰਕ ਹਾਂ। ਔਰ ਉਹ ਆ ਜੋ ਵੀਰ ਨੇ ਸੈਲਫੀ ਲਈ ਆ, ਉਹ ਕੋਈ ਬੱਸ ਸਰਵਿਸ ਪ੍ਰੋਵਾਈਡ ਕਰਨ ਵਾਲਾ ਮਤਲਬ ਟਰਾਂਸਪੋਰਟਰ ਵੀਰ ਹੈ, ਉਹ ਕਿਸਾਨ ਜਥੇਬੰਦੀ ਦਾ ਕਿਸੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ।